ਇਹ ਦੋ ਤਰ੍ਹਾਂ ਦੇ ਨੇ। ਅਕਲ ਜਾਂਦੇ ਨੇ ਉਹਨਾਂ ਨੂੰ ਸੱਦਣ ਗੁੱਲੀ ਵਾਲੇ ਦੀ ਛੱਲੀ ਵੱਖਰੀ ਅੱਛਾ ਤੇ ਪੱਠੇ ਵੱਖਰੇ। ਅੱਛਾ ਇੱਕ ਹੁੰਦੇ ਨੇ ਸੈਲਜ ਵਾਲੇ। ਅੱਛਾ ਸੈਲਜ, ਇਹ ਸੈਲਜ ਵਾਲੇ ਨੂੰ ਇਹ ਸੈਲਜ ਵਾਲੇ। ਸੈਲਜ ਵਾਲੇ ਨੂੰ ਇਕਰਾਮ ਭਾਈ ਕਹਿ ਰਿਹਾ ਵੀ ਸੈਲਜ ਵਾਲੇ ਨੇ। ਤਾਂ ਉਹ ਹੁਣ ਤੁਹਾਨੂੰ ਚੱਲਣੇ ਇਹਨਾਂ ਵੀ ਇਹਨਾਂ ਦੀ ਲੋਡਿੰਗ ਵਿਖਾਈਏ। ਇਹ ਅੰਨੀ ਮਿੱਟੀ ਸਾਰੇ ਦੋਸਤ ਜਨਾਬ ਮਾਸ਼ਾਅੱਲਾ ਲੱਗੇ ਖੜੇ ਨੇ ਜਨਾਬ ਕਟਾਈਆਂ ਨੂੰ। ਕੋਈ ਬੰਨੀ ਆਉਂਦਾ ਹੈ ਤੇ ਕੋਈ ਚੁੱਕੀ ਆਉਂਦਾ ਹੈ ਤੇ ਆਪਾਂ ਚੱਲਦੇ ਹਾਂ ਜਨਾਬ ਟਰਾਲੇ ਦੇ ਕੋਲ। ਮਿਹਨਤ ਤਲਬ ਕੰਮ ਹੈ ਜਨਾਬ ਤੇ ਕਿਸਾਨਾਂ ਨੂੰ ਬਚਦੀ ਵਾਹ ਵਾਹ। ਤੇ ਜ਼ਬਰਦਸਤ ਇੱਥੇ ਹੁਣ ਕੀ ਪ੍ਰੋਗਰਾਮ ਆਪਾਂ ਮਕਈ ਲਾਉਣੀ ਹੈ। ਕਣਕ ਦਾ ਅੱਜ ਸਹੀ ਹੋ ਪਗਾ ਜੀ। ਟਾਈਮ ਹੈ ਤਾਂ ਟਾਈਮ ਹੈ ਤਾਂ ਠੀਕ ਹੈ, ਠੀਕ ਹੋ ਗਿਆ ਜੀ। ਅੱਛਾ ਜ਼ਬਰਦਸਤ ਜਿਹੜੇ ਪੂਲੇ ਨੇ ਇਹ ਕਿੰਨੇ ਕਿਲੋ ਦਾ ਹੋਵੇਗਾ? ਕੋਈ ਹੈ 20 ਕਿਲੋ ਦਾ ਕਿ ਅੰਦਾਜ਼ਾ ਹੀ ਹੈ? ਜ਼ਿਆਦਾ ਹੋਵੇਗਾ। ਡਿੱਬ ਨਾ ਬੰਦੇ ਪੈਣ ਭਾਈ। ਤੇ ਮਕਈ ਦਾ ਜ਼ਫਰ ਦੀ ਬਹੁਤ ਵਧੀਆ। ਜ਼ਫਰ ਬੀਜ ਕਿਹੜਾ ਹੈ? ਇਹ 7786। 7786 ਤੇ ਕੱਦ ਕੁੱਦ ਤਾਂ ਇਹਦਾ ਚੰਗਾ ਹੈ ਲੇਕਿਨ ਸਸਤਾ ਹੀ ਹੈ। 6000 ਦਾ ਬੈਗ ਆਇਆ। ਅੱਛਾ 6000 ਦਾ ਬੈਗ ਆਇਆ ਹੈ। ਲੇਕਿਨ ਛੱਲੀ ਦਾ ਮੁਤਾਬਕ ਛੱਲੀ ਤਾਂ ਚੈੱਕ ਕਰੀਏ ਯਾਰ। ਰੱਬੂ ਤੁਸੀਂ ਜ਼ਬਰ ਇਹਨੂੰ ਖੋਲਿਆ ਜ਼ਰਾ, ਮੈਂ ਕੈਮਰਾ ਉੱਤੇ ਲਾਈ ਖੜਾ ਪਤਾ ਲੱਗੇ ਵੀ ਇਹਦੀ ਕੀ ਪੋਜੀਸ਼ਨ ਹੈ। ਨਹੀਂ ਇਹ ਤਾਂ ਤਕਰੀਬਨ ਮਾਸ਼ਾਅੱਲਾ ਬਹੁਤ ਵਧੀਆ ਜੀ, ਸੋਹਣੀ। ਤੇ ਦੋਸਤੋ ਮੈਂ ਇੱਕ ਹੋਰ ਦੱਸਦਾ ਚੱਲਾਂ, ਐਡੀ ਛੱਲੀ ਜਿਹੜੀ ਹੈ ਕਿਸੇ ਰੇੜੀ ਵਾਲੇ ਕੋਲ ਤੇ 50 ਤੋਂ ਘੱਟ ਨਹੀਂ ਦੇਣੀ। ਉਹ ਮੈਂ ਨਾ ਫੇਸਬੁੱਕ ਤੇ ਵੇਖਦਾ ਪਿਆ ਜੀ। ਹਾਂਜੀ ਉੱਥੇ ਇੱਕ ਪੋਸਟ ਲੱਗੀ ਹੋਈ ਹੈ ਸਾਊਦੀਆ ਦੀ। ਅੱਛਾ ਉਹ ਛੱਲੀ ਨਾ ਐਡੀ ਛੱਲੀ ਪੈਕ ਹੋਈ ਹੋਈ ਹੈ ਪੈਕਿੰਗ ਹੋਈ ਹੋਈ ਤੇ ਉੱਤੇ ਉਹਨਾਂ ਦਾ ਪਾਕਿਸਤਾਨੀ ਜਿਹੜੇ ਪੈਸੇ ਬਣਦੇ ਹਨ ਉਹ 400 ਆਪਣਾ ਬਣਦਾ ਇੱਕ ਛੱਲੀ ਦਾ 400 ਤੇ ਇੰਡੀਆ ਦੀ ਮਸਲਨ ਉਹ ਆਈ ਛੱਲੀ। ਮਤਲਬ ਇੰਡੀਆ ਵਾਲੇ ਉੱਥੇ ਮਤਲਬ ਆਪਣੀ ਐਕਸਪੋਰਟ ਕਰਦੇ ਪਏ ਨੇ। ਐਕਸਪੋਰਟ ਕਰਦੇ ਨੇ ਵੀ ਫਰਜ਼ ਕਰ ਆ ਛੱਲੀ ਹੈ ਨਾ, ਇਹਨੂੰ ਐਵੇਂ ਸੋਹਣੀ ਜੇ ਕਾ ਛਾਪਰ ਵਿੱਚ ਪੈਕ ਕਰ ਤੇ ਬੰਦ ਹੋਈ ਵੀ ਹੈ। ਉੱਤੇ ਉਹਨਾਂ ਦਾ ਟੈਗ ਲੱਗਿਆ ਹੋਇਆ। ਜਿਹੜੇ ਉਹ ਰਿਆਲ ਬਣਦੇ ਆ ਨਾ ਉਹਦਾ ਪਾਕਿਸਤਾਨੀ ਜਿਹੜਾ ਬਣਦਾ ਨਾ 400 ਰੁਪਇਆ ਇੱਕ ਛੱਲੀ ਦਾ। 400 ਰੁਪਏ ਇੱਕ ਛੱਲੀ ਦਾ। ਇੱਕ ਛੱਲੀ ਦਾ ਠੀਕ ਹੋ ਗਿਆ। ਇੰਡੀਆ ਵਾਲੇ ਆਦੀ ਫਸਲ ਨੂੰ ਹਾਂਜੀ ਠੀਕ ਹੈ। ਇੰਡੀਆ ਵਾਲੇ ਜਿਹੜੀ ਆਦੀ ਐਕਸਪੋਰਟ ਕਰਦੇ ਨਾ ਉਹਨਾਂ ਦੀ ਗਵਰਨਮੈਂਟ ਉਹ ਹਰ ਮੁਲਕ ਦੇ ਵਿੱਚ ਤਾਜਰਾਂ ਨੂੰ ਆਦੀ ਜਿਹੜੀ ਜ਼ਰਈ ਉਹ ਮੁਲਕ ਤਾਂ ਆਪਾਂ ਵੀ ਜ਼ਰਈ ਆ ਉਹ ਵੀ ਜ਼ਰਈ ਹੈ ਨੂੰ ਲੇਕਿਨ ਉਹ ਆਦੀ ਜ਼ਰਾਤ ਨੂੰ ਐਕਸਪੋਰਟ ਕਰਦੇ ਨੇ। ਇਹਦੂ ਜਿਹੜਾ ਇੱਕ ਤਾਜਰ ਜਾ ਸੀ ਉਹ ਰੁਪਈਏ ਲੈ ਤੇ ਬਾਹਰ ਜਾ ਸੀ ਵੀ ਮੁਲਕ ਵਿੱਚ ਅਸਲੋਂ ਪੈਸੇ ਹੀ ਖਤਮ ਹੋ ਜਾਸੀ। ਸਹੀ ਉਹਨਾਂ ਦਾ ਹਿਸਾਬ ਕਿਤਾਬ ਇਹ ਹੈ ਵੀ ਜਿਸ ਵੀ ਮੁਲਕ ਵਿੱਚ ਉਹਨਾਂ ਦੀ ਚੀਜ਼ ਵਿਕੇ ਅੱਛੇ ਤਰੀਕੇ ਨਾਲ ਉੱਥੋਂ ਭੇਜ ਦਿੰਦੇ ਨੇ ਗਵਰਨਮੈਂਟ। ਮਤਲਬ ਉਹ ਆਪਣੇ ਕਿਸਾਨਾਂ ਨੂੰ ਫੇਵਰ ਦਿੰਦੇ ਨੇ ਤੇ ਬਾਹਰੋਂ ਮਸ਼ੀਨਰੀ ਜਿਹੜੀ ਹੈ ਹੁਣ ਉਹਨਾਂ ਦੇ ਕੋਲ ਸਾਰੀ ਇੰਗਲੈਂਡ ਦੀ ਹੈ ਤੇ ਬਾਹਰੋਂ ਇੰਪੋਰਟ ਕਰਦੇ ਨੇ ਸਸਤੇ ਟਰੈਕਟਰ। ਹਾਂਜੀ ਆਪਣੇ ਟਰੈਕਟਰ ਕਿਸੇ ਕੰਮ ਦੇ ਨਹੀਂ ਸਹੀ ਆਪਾਂ ਉਹਨਾਂ ਨੂੰ ਚੀਰੀਏ ਨਾ ਹਾਂਜੀ ਉਹ ਕੰਮ ਉਸ ਵੇਲੇ ਕੱਢ ਲੈਂਦੇ ਨੇ। ਬੇਸ਼ੱਕ ਆਪਾਂ ਤਾਂ ਉਹਨਾਂ ਨੂੰ ਐਵੇਂ ਜਿਵੇਂ ਪੁੱਤਰ ਬਣਾ ਕੇ ਰੱਖਣੇ ਆ ਵੀ ਉਹਨਾਂ ਖਿਆਲ ਉਹਦਾ ਨਹੀਂ ਕਰਨੇ ਵੀ ਜਿੰਨਾ ਉਹਦਾ ਕਰਨੇ ਆ ਵੀ ਤੇਲ ਪਾਣੀ ਦਾ। ਬੇਸ਼ੱਕ ਸਹੀ ਹੈ। ਤੇ ਮੁੜ ਵੀ ਉਹ 40 ਲੱਖ ਤੋਂ ਘੱਟ ਨਹੀਂ ਪੈਂਦਾ ਵੀ ਆਪਾਂ ਉੱਥੋਂ ਲਿਆਈਏ ਨਾ 37 ਲੱਖ ਦਾ ਹੀ ਹੈ। ਉਹਦਾ ਉੱਤੇ ਸਮਾਨ ਸਿੱਕਾ ਪੂਰਾ ਕਰੀਏ, ਛੱਤ ਬੈਂਪਰ ਲਾਈਏ, ਹੁੱਕ ਲਾਈਏ ਤੇ 40 ਜਾ ਪੈਂਦਾ ਤੇ ਅਗਲਾ ਪਿਛਲਾ ਤੇਲ ਬਦਲਵਾਈਏ ਤੇ ਆਦਾ ਜਿਹੜਾ ਥੋੜਾ ਬਹੁਤਾ ਆਪਾਂ ਵੀ ਤੇ 4 ਬੰਦੇ ਜਾਣਾ ਖਰਚਾ ਕਰਨਾ ਹੀ ਹੈ ਉਹ ਕਰ ਤੇ ਸਾਰਾ ਕੁਝ ਆਈਏ 40 ਲੱਖ ਚ ਪੈਂਦਾ। ਜਿਨ੍ਹਾਂ ਦੀ ਮੇਰੀ ਸੋਚ ਦੇ ਮੁਤਾਬਕ ਵੀ ਆਪਾਂ ਸਾਰੇ ਆਣੇ ਜੇ ਪਾਕਿਸਤਾਨ ਇੱਕ ਜ਼ਰਈ ਮੁਲਕ ਹੈ ਲੇਕਿਨ ਇਹਨੂੰ ਗਵਰਨਮੈਂਟ ਜ਼ਰਈ ਨਹੀਂ ਸਮਝਦੀ। ਮਸਲਨਾ ਵੀ ਉਹ ਸਮਝਦੀ ਹੈ ਵੀ ਜ਼ਰਾਤ ਇੱਕ ਹੈ 10% ਜਾਂ 20% ਵੀ ਇਹਦਾ ਮਸ਼ੀਅਤ ਵਿੱਚ ਹਿੱਸਾ ਹੈ ਲੇਕਿਨ ਮੇਰੇ ਹਿਸਾਬ ਨਾਲ ਤੇ ਇਹਦਾ 101%। 101 ਆਪਾਂ ਵੀ ਕਿਤਾਬਾਂ 'ਚ ਪੜ੍ਹਿਆ ਸੀ ਵੀ ਇਹ ਅਗਰ ਮਾਸ਼ੀ ਹੁਣ ਤਕਰੀਬਨ ਨਾ ਜੀ ਜ਼ਫਰ ਖਾਨ ਮੈਨੂੰ ਦੱਸੋ ਵੀ ਕਿਤਾਬਾਂ ਵਿੱਚ ਆਪਾਂ ਪੜ੍ਹਿਆ ਹੈ ਵੀ ਜ਼ਰਾਤ ਜਿਹੜੀ ਹੈ ਮੁਆਸ਼ਤ ਦੀ ਰੀੜ੍ਹ ਦੀ ਹੱਡੀ ਹੈ ਤੇ 80% ਜਿਹੜੇ ਲੋਕ ਤੁਹਾਨੂੰ ਵੀ ਪਤਾ ਆਪਾਂ ਪਿੰਡਾਂ 'ਚ ਰਹਿੰਦੇ ਆ
ਤੇ ਪਿੰਡਾਂ ਨਾਲ ਵਾਬਸਤਾ ਹੈਗੇ ਨੇ। ਇਹ ਦੱਸੋ ਮੌਜੂਦਾ ਸੂਰਤ-ਹਾਲ ਦੇ ਹਵਾਲੇ ਨਾਲ ਤੁਹਾਡਾ ਕੀ ਕਹਿਣਾ ਹੈ? ਆਪਾਂ ਤਾਂ ਇਸ ਗੱਲ ਨੂੰ ਮੰਨਨੇ ਆ ਵੀ ਇਹ 80% ਆਂਦੇ ਨੂੰ ਕਿਤਾਬੀ ਲਿਹਾਜ਼ ਨਾਲ, ਹਾਂਜੀ ਲੇਕਿਨ ਮੇਰੇ ਹਿਸਾਬ ਨਾਲ ਇਹ 101% ਹੈ। ਉਹਦੀ ਵਜ੍ਹਾ ਕੀ ਹੈ ਕਿ ਸਾਰਾ ਕੰਮ ਜਿਹੜਾ ਨਾ ਉਹ ਚੱਲਦਾ ਪਿਆ ਜ਼ਰਾਤ ਦੇ ਸਿਰ ਤੇ। ਤੁਸੀਂ ਵੇਖੋ ਵੀ ਆਪਾਂ ਨੇ ਮੱਕੀ ਲਾਈ ਹੈ, ਇਹਦੇ ਤੇ ਜਿੰਨੇ ਵੀ ਆਪਣੇ ਕੋਲ ਬੈਠੀ ਆਬਾਦੀ 80% ਬਾਹਰ ਬੈਠੀ ਹੈ, ਇਹ ਸਾਰੀ ਜ਼ਰਾਤ ਨਾਲ ਹੈ। ਵੀ ਹੁਣ ਟਰੈਕਟਰ ਹੈ, ਇਹਨੇ ਵੀ ਜ਼ਰਾਤ ਵਿੱਚ ਪੈਸਾ ਕਮਾਉਂਦਾ ਪਿਆ, ਲੇਬਰ ਵੀ ਜਿੱਥੇ ਜਾਣੀ ਹੈ, ਸੈਲੇਜ ਵਾਲਿਆਂ ਵੀ ਅੱਗੋਂ ਉਹਨਾਂ ਵੇਚਣਾ ਹੈ, ਮਹਿੰਗਾਈ ਵਾਲਿਆਂ ਨੂੰ ਉਹਨਾਂ ਦਾ ਦੁੱਧ ਵੇਚਣਾ, ਉਹ ਸਾਰੀਆਂ ਦੁਕਾਨਾਂ ਨੂੰ ਇਹ ਤੋਂ ਸਟਾਰਟ ਤੋਂ ਲਈਏ ਤੇ ਐਂਡ ਤੱਕ ਜਾ ਤੇ ਉਹਦੀ ਰਿਸਰਚ ਕਰੀ, ਉਹਦੀ ਬੇਸਿਕ ਸਾਰੀ ਜ਼ਰਾਤ ਹੀ ਬਿਲਕੁਲ ਹੀ ਬੇਸ ਉਹਨਾਂ ਦੀ ਜ਼ਰਾਤ ਹੀ ਹੈ, ਜ਼ਮੀਂਦਾਰ ਹੈ, ਕਿਸਾਨ ਐਵੇਂ ਹੈ। ਆਪਾਂ ਆਦੀ ਗੰਦਮ ਨੂੰ ਲੈ ਲਈਏ, ਆਲੂ ਨੂੰ ਲੈ ਲਈਏ, ਚਾਵਲ ਨੂੰ ਲੈ ਲਈਏ, ਵੀ ਕਿੱਥੋਂ ਸਟਾਰਟ ਹੁੰਦਾ ਹੈ, ਵੀ ਲੱਗਣ ਤੋਂ ਰੋਤ ਗਡੀਮਣ ਤੋਂ ਲੈ ਤੇ ਐਂਡ ਤੱਕਣ ਦੁਕਾਨਾਂ ਤੇ ਵਿਕਣ ਤੱਕ ਵੀ ਉਹਦੇ ਵਿੱਚ ਜ਼ਰਾਤ ਹੈ। ਅਗਰ ਉਹ ਇੱਥੋਂ ਮੁਤਾਸਰ ਸੀ ਤੇ ਤੋੜ ਤੱਕ ਉਹ ਚੇਨ ਮੁਤਾਸਰ ਹੋ ਜਾਸੀ, ਜਿਹੜੇ ਇੱਕ ਸਰਕਲ ਚੱਲਦਾ ਪਿਆ। ਲੇਕਿਨ ਇਸ ਚੀਜ਼ ਨੂੰ ਗਵਰਨਮੈਂਟ ਨੇ ਤਸਲੀਮ ਕਰਦੀ। ਗਵਰਨਮੈਂਟ ਹੁਣ ਸਾਰਾ ਰਿਲੀਫ ਜਿਹੜਾ ਬੱਤੀ ਵਾਲਾ ਹੀ ਹੈ ਉਹਨੇ ਤਾਜਰਾਂ ਨੂੰ ਦਿੱਤਾ ਹੈ, ਇੰਡਸਟਰੀ ਨੂੰ ਦਿੱਤਾ ਹੈ। ਉਹ ਸਮਝਦੀ ਹੈ ਵੀ ਇੰਡਸਟਰੀ ਜਿਹੜੀ ਹੈ ਉਹ ਮੁਲਕ ਨੂੰ ਚਲਾਉਂਦੀ ਪਈ, ਲੇਕਿਨ ਪਿੱਛੋਂ ਕਿਸਾਨ ਗਲਸੀ ਇੰਡਸਟਰੀ ਵਿੱਚ ਤਾਂ ਇੰਡਸਟਰੀ ਚੱਲੇਗੀ ਨਹੀਂ ਤਾਂ ਬੰਦ ਹੋ ਜਾਵੇਗੀ, ਬੰਦ ਹੋ ਜਾਸੀ। ਇਹ ਤਾਂ ਆਪਣਾ ਜਿਹੜਾ ਹੈ ਨਾ ਉਸ ਤਰੀਕੇ ਇੱਕ ਜਿਵੇਂ ਕਿਸਾਨ ਇਤਾਦ ਤਨਜ਼ੀਮ ਹੈ ਜਾਂ ਕੋਈ ਹੋਰ ਤਨਜ਼ੀਮਾਂ ਹਨ ਕਿਸਾਨਾਂ ਦੀਆਂ, ਉਹ ਆਦੇ ਉਹਨੂੰ ਇੰਨੇ ਕੋ ਮਸਲਾ ਚ ਗਵਰਨਮੈਂਟ ਨੇ ਪਾ ਦਿੱਤਾ ਹੈ ਕਿ ਉਹਦੇ ਕੋਲ ਟਾਈਮ ਹੀ ਨਹੀਂ ਹੈਗਾ ਵੀ ਉਹ ਇਤਜਾਜ ਕਰੇ। ਇਤਜਾਜ ਕਰੇ, ਬਿਲਕੁਲ ਜੀ। ਕਿਸਾਨ ਕੋਲ ਕੁਝ ਹੋਵੇਗਾ ਤਾਂ ਫਿਰ ਉਹ ਇਤਜਾਜ ਵੀ ਕਰੇਗਾ, ਲੇਕਿਨ ਉਹਨਾਂ ਨੂੰ ਮਸਲੇ ਇੰਨੇ ਮਸਾਇਲ ਦਾ ਸ਼ਿਕਾਰ ਕਰ ਦਿੱਤਾ ਹੈ। ਫਰਜ਼ ਕਰੋ ਲੇਬਰ ਨੂੰ ਛੱਡਦੇ ਨੂੰ ਆਂਦੇ ਨੇ ਵੀ ਸਾਡੇ ਨਾਲ ਚੱਲੋ, ਉਹਨਾਂ ਦੇ ਪਿੱਛੋਂ ਮਾਲ ਹੈ। ਹੁਣ ਮਾਲ ਦੀ ਛੁੱਟੀ ਨਹੀਂ, ਭਾਵੇਂ ਉਹਦੀ ਫੌਤਗੀ ਹੋ ਜਾਵੇ ਤੇ ਭਾਵੇਂ ਸ਼ਾਦੀ ਹੋਵੇ ਤੇ ਭਾਵੇਂ ਈਦ ਬਕਰੀਦ ਹੋਵੇ, ਵੀ ਮਾਲ ਦੀ ਛੁੱਟੀ ਨਹੀਂ ਹੈ। ਸਾਫ਼ ਜ਼ਾਹਿਰ ਹੈ ਕਿ ਕਿਸੇ ਕੰਮ ਵਿੱਚ ਵੀ ਉਹਨੂੰ ਛੁੱਟੀ ਨਹੀਂ ਹੈ। ਸਹੀ ਬਾਤ ਹੈ, ਬਿਲਕੁਲ ਜੀ। ਜ਼ਫਰ ਖਾਨ ਬਜਾ ਫਰਮਾਉਂਦੇ ਪਏ ਨੇ। ਤੇ ਹੁਣ ਸਾਨੂੰ ਕਰਨਾ ਕੀ ਚਾਹੀਦਾ ਹੈ? ਗਵਰਨਮੈਂਟ ਨੂੰ ਚਾਹੀਦਾ ਹੈ ਉਹ ਤਸਲੀਮ ਕਰੇ ਇਸ ਗੱਲ ਨੂੰ, ਜ਼ਿੰਮੇਦਾਰਾਂ ਨੂੰ ਮੰਨੇ, ਉਹਨਾਂ ਕੋਲ ਵੀ ਰਿਲੀਫ ਲਵੇ, ਲੇਕਿਨ ਉਹਨਾਂ ਦਾ ਪੂਰਾ ਡਾਟਾ ਲਵੇ ਵੀ ਇਹਨਾਂ ਨੂੰ ਆਮਦਨ ਕਿੰਨੀ ਹੁੰਦੀ ਹੈ, ਇਹਨਾਂ ਦੇ ਖਰਚਾਤ ਕਿੰਨੇ ਹਨ ਫਸਲਾਂ ਦੇ। ਅੱਛਾ, ਮੈਂ ਖਬਰਾਂ 'ਚ ਸੁਣਿਆ ਹੈ ਵੀ ਕੌਂਸਲ ਸਿਰ ਤੇ ਨਾ ਵੀ ਜਿਵੇਂ ਉਹ ਆਦੇ ਤਾਂ ਕੰਮ ਸਾਰੇ ਜਿਹੜੇ ਵੀ ਕੋਈ ਮਨਸੂਬੇ ਹੋਵਣ ਯੂਨੀਅਨ ਕੌਂਸਲ ਤੱਕ ਉਹ ਸਾਰੀਆਂ ਤਨਜ਼ੀਮਾਂ ਨੂੰ, ਸਾਰੇ ਚੀਜ਼ਾਂ ਨੂੰ, ਪਟਵਾਰੀਆਂ ਨੂੰ, ਹਰ ਇੱਕ ਨੂੰ ਮਹਿਕਮੇ ਨਾਲ ਐਕਟਿਵ ਕਰ ਲੈਂਦੇ ਨੇ। ਲੇਕਿਨ ਜਿੱਲੇ ਇਹ ਇਹਨਾਂ ਚੀਜ਼ਾਂ ਤੇ ਜ਼ਿਮੀਂਦਾਰਾਂ ਵਾਸਤੇ ਕੋਈ ਟਾਈਮ ਨਹੀਂ ਹੁੰਦਾ। ਅੱਛਾ ਜ਼ਫਰ ਵੀ ਮੈਨੂੰ ਦੱਸੋ ਵੀ ਮੈਂ ਖਬਰਾਂ 'ਚ ਵੀ ਸੁਣਿਆ ਹੈ ਵੀ ਆਪਣੀ ਪੰਜਾਬ ਦੀ ਵਜ਼ੀਰ ਆਲਾ ਜਨਾਬ ਰਿਪੋਰਟ ਗਈ ਹੈ ਵੀ ਕਣਕ ਦੀ ਜਿਹੜੀ ਬਿਜਾਈ ਹੈ ਉਹ ਤਕਰੀਬਨ 97% ਹੋਈ ਹੈ। ਇਹ ਦੱਸੋ ਵੀ ਕਿੰਨੇ ਫੀਸਦ ਹੋਈ ਹੋਵੇਗੀ? ਆਪਾਂ ਤਾਂ ਪ੍ਰੈਕਟੀਕਲ ਕਰਦੇ ਪਏ ਨਾ, ਆਪਾਂ ਤੋਂ ਆਦੇ ਇਲਾਕੇ ਦਾ ਜਾਇਜ਼ਾ ਲਈਏ। ਆਪਾਂ ਇਲਾਕੇ ਦਾ ਜਾਇਜ਼ਾ ਲਈਏ ਤੇ ਇਹਦੇ ਵਿੱਚ ਮੇਰਾ ਖਿਆਲ ਹੈ ਵੀ ਅੱਧੇ ਨਾਲੋਂ ਵੀ ਘੱਟ ਹੋਈ ਹੈ, ਮਤਲਬ 30% ਹੈ, 30-35%। 30-35% ਕਣਕ ਦੀ ਬਿਜਾਈ ਹੈ। ਮੌਸਮ ਦੇ ਲਿਹਾਜ਼ ਨਾਲ ਮੌਸਮਿਆਤੀ ਤਬਦੀਲੀ ਦੀ ਵਜ੍ਹਾ ਤੋਂ ਵੀ ਠੰਡ ਨਹੀਂ ਪੈਂਦੀ ਪਈ, ਹੁਣ ਉਵੇਂ ਵੱਧਦੀ ਨਹੀਂ ਪਈ ਤੇ ਜਾਂ ਜਨਵਰੀ ਲੱਗਣਾ ਤੇ ਗਰਮੀ ਪਾਉਣ ਲੱਗ ਪੈਣੀ। ਸਹੀ, ਤੇ ਸਭ ਤੋਂ ਜ਼ਿਆਦਾ ਕਣਕ ਮੁਤਾਸਰ ਹੁੰਦੀ, ਮੁਤਾਸਰ ਹੋਏਗੀ ਤੇ ਝਾੜ ਵਿੱਚ ਕਮੀ ਹੋਵੇਗੀ। ਤੇ ਮੇਰਾ ਨਹੀਂ ਖਿਆਲ ਵੀ ਇਹ ਹਦਫ ਪੂਰਾ ਹੋਵੇਗਾ। ਨਹੀਂ ਤੇ ਠੀਕ ਹੋ ਗਿਆ ਜ਼ਫਰ ਭਾਈ, ਬਹੁਤ ਮਿਹਰਬਾਨੀ। ਤੇ ਕਿਸਾਨ ਦੋਸਤੋ ਚੈੱਕ ਕਰ ਲਓ, ਲੇਬਰ ਜਨਾਬ ਦਿਨ ਰਾਤ ਮਿਹਨਤ ਕਰਦੀ ਹੈ, ਕਿਸਾਨ ਮਿਹਨਤ ਕਰਦਾ ਹੈ, ਲੇਕਿਨ ਕਿਸਾਨ ਨੂੰ ਇਸ ਦਾ ਜਿਹੜਾ ਨਾ ਮੁਤਬਾਦਲ ਨਹੀਂ ਲੱਭਦਾ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।